पंजाब चों लंघ रही भारत जोड़ो यात्रा के दौरान राहुल गांधी सीधा पंजाब सरकार ते हमला बोलते हैं जां वो आम आदमी पार्टी नूं निशाने ते लैंदे ने ते आखदे ने कि भगवंत मान नूं रिमोट कंट्रोल नाल नहीं चलना चाहिए, उसनूं इंडिपेंडेंटली काम करना चाहिए, केजरीवाल के इशारे ते नहीं करना चाहिए। तो भगवंत मान नाल ही भाजी मोड़ते हैं ते नाल ही जवाब देंदे ने कि जनाब ये तुहाडी सरकारां दे समय हुंदा रहा कि लोकां दा चुनिया होया मुख मंत्री तुसीं 2 मिनट च ला दिता ते अपना दिल्ली तो मुख मंत्री चन्नी बना दिता कि चन्नी नूं किसने बनाया सी, चन्नी दा रिमोट कंट्रोल किस दे हत्थ सी। सो भगवंत मान ने मोड़मा जवाब दिता। ये चर्चा जिथे एक वड्डा सवाल पैदा करती है कि की सरकारां नूं की लीडरां नूं हाई कमांड रिमोट नाल कंट्रोल करती है ते MLA नूं लुकाउणा पैंदा है, ਚੱਕ के ले जाना पैंदा है, ਬੱਸਾਂ 'ਚ ਲੈ ਕੇ ਜਾਣਾ ਪੈਂਦਾ, ਰਾਤਾਂ ਨੂੰ ਅੱਧੀ ਰਾਤਾਂ ਨੂੰ ਰਾਜਪਾਲ ਨੂੰ ਠਾਲ ਕੇ ਦੂਜੀਆਂ ਸਰਕਾਰਾਂ ਡੇਗ ਕੇ ਸਰਕਾਰਾਂ ਬਣਾਉਣੀਆਂ ਪੈਂਦੀਆਂ। ਇਹ ਕਿੱਥੋਂ ਦਾ ਲੋਕਤੰਤਰ ਹੈ, ਕਿੱਥੋਂ ਦਾ ਤਰੀਕਾ? ਇਹਨਾਂ ਪਹਿਲੂਆਂ 'ਤੇ ਚਰਚਾ ਕਰਾਂਗੇ। ਮੇਰਾ ਨਾਮ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਨੇ। ਮੈਂ ਪ੍ਰੋਫੈਸਰ ਸਾਹਿਬ ਤੋਂ ਹੱਥੋਂ ਹੀ ਗੱਲ ਸ਼ੁਰੂ ਕਰਨੀ ਚਾਹੁੰਦਾ। देखो इदा है कि जिन्नियां भी पोलिटिकल पार्टीज हैं जिन्हां दी नैशनल लैवल ते प्रेजेंस है, चाहे वो अकाली BJP है चाहे वो कांग्रेस है, वो अपनियां स्टेट दियां गवर्नमेंटां नूं रिमोट कंट्रोल नाल चलाउंदियां और चलाउंदियां रहणगियां, चलाउंदियां हैगियां हमेशा तो जी। ये एक बिल्कुल ही डिफांग है ये कहना कि MLA ने CM चुनिया। इनफैक्ट CM हमेशा ही उपर आउंदा है जी, खास तौर पर नैशनल पोलिटिकल पार्टीज दे विच ਇਹ ਕਿਹਾ ਜਾਂਦਾ ਜੀ ਕਿ ਉਹਨਾਂ ਦੀ ਅਸੀਂ ਫੀਡਬੈਕ ਲਵਾਂਗੇ, ਕੋਈ ਫੀਡਬੈਕ ਨਹੀਂ ਹੁੰਦਾ। ਸਾਰੇ ਕਹਿੰਦੇ ਨੇ ਜੀ ਅਲਟੀਮੇਟਲੀ ਅਸੀਂ ਆਥੋਰਾਈਜ਼ ਕਰਦੇ ਹਾਂ ਸੈਂਟਰਲ ਲੀਡਰਸ਼ਿਪ ਨੂੰ, ਔਰ ਹੁੰਦਾ ਹੈ BJP 'ਚ ਵੀ ਇਹੀ ਹੋ ਰਿਹਾ ਔਰ ਪਹਿਲਾਂ ਕਾਂਗਰਸ ਦੇ ਵਿੱਚ ਵੀ ਇਹੀ ਹੁੰਦਾ ਸੀਗਾ। ਹੁਣ ਤੀਸਰੀ ਜਿਹੜੀ ਨਵੀਂ ਨੈਸ਼ਨਲ ਪਾਰਟੀ ਉੱਭਰੀ ਹੈ ਜਾਂ ਬਣ ਜਾਣੀ ਹੈ ਉਹ ਹੈਗੀ ਹੈ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ, ਸੈਂਟਰਲ ਲੀਡਰਸ਼ਿਪ ਦੇ ਉੱਪਰ ਇਲਜ਼ਾਮ ਜੱਦੀ ਕਾਂਗਰਸ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਗਈ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਵੇਲੇ ਤੋਂ ਹੀ ਇਲਜ਼ਾਮ ਲੱਗ ਰਿਹਾ ਕਿ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੋਗੀ। ਉਹਨਾਂ ਦਾ ਆਪਣਾ ਉਹ ਕਹਿੰਦੇ ਜੀ ਤੁਹਾਡੇ ਵੀ ਚੱਲਦੀ ਹੈ, ਸਾਡੇ ਵੀ ਅਸੀਂ ਉੱਥੋਂ ਡਾਇਰੈਕਸ਼ਨ ਲੈਂਦੇ ਹਾਂ, ਸਾਡੇ ਬਿਊਰੋਕਰੈਟਸ ਵੀ ਉੱਥੇ ਜਾਂਦੇ ਆ ਸਭ ਕਲੈਨ ਕਿ ਕਿਸ ਤਰੀਕੇ ਦੇ ਨਾਲ ਸਟੇਟ ਚਲਾਉਣਾ ਹੈ, ਸਾਡੇ ਹੋਰ ਵੀ ਸਾਰੇ ਹੈਗੇ ਆ ਲਾਇਜ਼ਨ ਬਣਿਆ ਹੋਇਆ। सवाल ये है कि ये एक दूसरे ऊपर दूषणबाजी के अलावा कुछ नहीं है, क्योंकि हर पोलिटिकल पार्टी जिहड़ी है वो अपने मुताबिक स्टेट में चलाना चाहती है। लेकिन इहदा जिहड़ा एक पहलू हैगा कि राहुल गांधी ने पिछले 2-3 प्रैस कॉन्फ्रेंस दे विच जिस वेले इस उन्हां तो सवाल किया गया कि अगला प्राइम मिनिस्टर का चेहरा कौन होएगा, तुहाडा अगला CM फलाना कौन बनेगा, या इस तरह दी चीज़ां उहने वो सारियां चीज़ां नूं लांभे करता। वो कहंदा ने जी ये डिस्कशन नहीं करनी, असीं तां भारत जोड़ो वास्ते निकले हैं। अगर इस अपनी ही गल नूं पलटाउंदे होए ਉਹ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਦੇ ਉੱਪਰ ਇਹ ਟਿੱਪਣੀ ਕਰਦੇ हैं, ਇਹਦਾ मतलब ਉਹ खुद ही डाइग्रेस हो रहे हैं अपनी ही गल ਤੋਂ। इस करके अगर ਆਪਾਂ ਨੂੰ ਇਸ ਸੰਦਰਭ ਦੇ ਵਿੱਚ ਦੇਖੀਏ ਤਾਂ ਅਗਰ ਉਹ ਭਾਰਤ ਜੋੜੋ ਯਾਤਰਾ ਤੇ ਹੀ ਨਿਕਲੇ ਹੋਏ ਆ ਤਾਂ ਇਸ ਤਰ੍ਹਾਂ ਦੀ ਟਿੱਪਣੀ ਨਹੀਂ ਕਰਨੀ ਚਾਹੀਦੀ। ਔਰ ਦੂਸਰਾ ਉਹਦਾ ਜਵਾਬ ਵੀ ਬਿਲਕੁਲ ਮਾਕੂਲ ਹੈ ਜਿਹੜਾ ਕਿ ਉਹਨਾਂ ਨੇ ਦਿੱਤਾ ਹੈ ਕਿ ਵੀ ਤੁਹਾਡੇ ਵੀ ਇਦਾਂ ਹੁੰਦਾ ਰਿਹਾ ਹੈ, ਤੁਹਾਡੇ ਤੋਂ ਬਲਕਿ ਜ਼ਿਆਦਾ ਹੁੰਦਾ ਰਿਹਾ ਹੈ, ਸਾਡੇ ਤਾਂ ਇੱਕੋ ਹੀ ਸਟੇਟ ਹੈ ਔਰ ਉਹਦੀ ਸਰਕਾਰ ਹੀ ਹੈਗੀ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨੂੰ ਅਗਰ ਇਸ ਕੰਟੈਕਸਟ ਦੇ ਵਿੱਚ ਦੇਖੀਏ ਤਾਂ ਜਿਹੜੀ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਹੈ ਉਹਨੂੰ ਵੀ ਇਸ ਪਲੇਟਫਾਰਮ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਸੀਗਾ, ਕਿਉਂਕਿ ਜੋ ਕੁਝ ਵੀ ਹੋ ਰਿਹਾ ਸਭ ਨੂੰ ਪਤਾ ਹੈ। ਉਹਦੇ ਵਿੱਚ ਤੁਸੀਂ ਲਿਆ ਕੇ ਇੱਕ ਨਵੀਂ ਚੀਜ਼ ਜਿਹੜੀ ਹੈਗੀ ਹੈ ਅਗਰ ਇੰਟਰੋਡਿਊਸ ਕਰਦੇ ਹੋ ਇਹਦੇ ਵਿੱਚ ਭਾਰਤ ਜੋੜੋ ਯਾਤਰਾ ਦੇ ਵਿੱਚ, ਤਾਂ ਉਹਦਾ ਪੋਲਿਟਿਸਾਈਜੇਸ਼ਨ ਜਿਹਨੂੰ ਕਿ ਹਜੇ ਤੱਕ ਉਹ ਕਹਿੰਦੇ ਵੀ ਅਸੀਂ ਪੋਲਿਟਿਸਾਈਜੇਸ਼ਨ ਨਹੀਂ ਕਰ ਰਹੇ, ਇਸੇ ਕਰਕੇ ਜਿਹੜੀਆਂ ਦੂਸਰੀਆਂ ਪੋਲੀਟੀਕਲ ਪਾਰਟੀਜ਼ ਹੈ, ਜਿਹੜੇ ਲੀਡਰ ਹੈ, ਈਵਨ ਰਘੂਰਾਮ ਰਾਜਨ ਵਰਗੇ ਬੰਦੇ ਜਿਹੜੇ ਹੈਗੇ ਆ ਉਹ ਇਸੇ ਕਰਕੇ ਸ਼ਾਮਿਲ ਹੋਏ ਇਹਦੇ ਵਿੱਚ। ਯਾਨੀ ਪੁਰਾਣੇ ਜਿਹੜੇ ਹੈਗੇ ਆ ਈਵਨ ਜਿਹੜੇ ਹੈਡ ਆਫ ਦਾ ਆਰਮੀ ਉਹ ਜੁਆਇਨ ਕੀਤਾ ਉਹਨਾਂ ਨੇ, ਇਸੇ ਕਰਕੇ ਕੀਤਾ ਕਿ ਇੱਕ ਨॉन ਪੋਲੀਟੀਕਲ ਹੈਗੀ ਹੈ, ਇਸੇ ਕਰਕੇ RSS ਦੇ ਕੁਝ ਬੰਦਿਆਂ ਨੇ ਸਪੋਰਟ ਕੀਤਾ, ਇਸੇ ਕਰਕੇ ਕੀਤਾ ਕਿ ਭਾਰਤ ਜੋੜੋ ਯਾਤਰਾ ਜਿਹੜੀ ਹੈਗੀ ਹੈ ਇੱਕ ਤਰ੍ਹਾਂ ਦਾ ਇੱਕ ਪੋਜ਼ਿਟਿਵ ਸਿੰਗਲ। ਉਹਦੇ ਵਿੱਚ ਅਗਰ ਤੁਸੀਂ ਇਹ ਨੈਗੇਟਿਵਿਟੀ ਲਿਆਓਗੇ ਤਾਂ ਡੈਫੀਨੇਟਲੀ ਉਹਦਾ ਪੋਲਿਟਿਸਾਈਜੇਸ਼ਨ ਹੋਏਗਾ। ਅਮੀਰ ਭਾਜੀ ਕੀ ਇਹਦਾ ਮਤਲਬ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਿਨ੍ਹਾਂ ਬਾਰੇ ਚਰਚਾ ਚੱਲਦੀ ਹੈ ਕੋਈ ਸਕ੍ਰਿਪਟ ਪੜ੍ਹਦੇ ਨੇ, ਉਹ ਦਿੱਲੀ ਤੋਂ ਆਇਆ ਫਰਮਾਨ ਪੜ੍ਹਦੇ ਨੇ, ਕੱਲ੍ਹ ਰਾਹੁਲ ਗਾਂਧੀ ਨੇ ਵੀ ਕੋਈ ਸਕ੍ਰਿਪਟ ਪੜ੍ਹੀ, ਕੋਈ ਫਰਮਾਨ ਸੀ ਇਹ ਆਇਆ ਹੋਇਆ। ਦੂਸਰੇ ਪਾਸੇ ਇਹਦਾ ਇੱਕ ਪਹਿਲੂ ਇਹ ਵੀ ਜੁੜਿਆ ਹੋਇਆ ਕਿ ਜਿਹੜੀ ਪ੍ਰੋਫੈਸਰ ਖਾਲਿਦ ਸਾਹਿਬ ਗੱਲ ਕਰ ਰਹੇ ਨੇ ਕਿ ਫਿਰ ਭਾਰਤ ਜੋੜੋ ਯਾਤਰਾ ਵਾਲਾ ਸੰਕਲਪ ਕਿੱਥੇ ਗਿਆ? ਕੀ ਇਹਦਾ ਮਤਲਬ ਹੁਣ ਇੱਥੋਂ ਅੱਜ ਤੋਂ ਕਾਂਗਰਸ ਨੇ ਇਸ ਯਾਤਰਾ 'ਚੋਂ ਆਪਣਾ ਲਾਹਾ ਲੈਣੀ ਰਾਜਨੀਤੀ ਸ਼ੁਰੂ ਕਰਤੀ ਇਹ ਬਿਆਨਬਾਜ਼ੀ ਤੋਂ?
ਨਹੀਂ, ਮੈਨੂੰ ਲੱਗਦਾ ਛੋਟੀ ਮੋਟੀ ਡਾਇਵਰਜਨ ਹੁੰਦੀ ਹੈ ਕਿਤੇ, ਬਸ ਐ ਤਾਂ ਨਹੀਂ ਲਗਾਤਾਰ ਚੱਲਦੀ ਆ ਰਹੀ ਹੈ ਯਾਤਰਾ ਤੇ ਉਸ ਲੈਵਲ ਤੇ ਉਰੇ ਵੀ, ਬਲਕਿ ਇਹਦਾ ਸ਼ਾਇਦ ਕਾਂਗਰਸ ਨੂੰ ਫਾਇਦਾ ਹੋਣ ਦੀ ਬਜਾਏ ਥੋੜਾ ਬਹੁਤ ਮਤਲਬ ਲਾਸ ਹੋਗਾ। ਉਹਦਾ ਕਾਰਨ ਇਹ ਹੈ ਕਿ ਤੁਸੀਂ ਲਗਭਗ 3 ਚੀਜ਼ਾਂ ਫੋਕਸ ਕਰਦੇ ਆਏ ਹੋ ਸਦਾ ਦੇਸ਼ ਦੇ ਵਿੱਚ ਇਸ ਯਾਤਰਾ ਦੇ ਰਾਹੀਂ। ਪਹਿਲੀ ਇਹ ਫੋਕਸ ਕਰਦੇ ਆਏ ਹੋ ਕਿ ਨਫ਼ਰਤ ਦੇ ਮੁਕਾਬਲੇ ਮੁਹੱਬਤ ਦੀ ਯਾਤਰਾ ਹੈ ਨਾ, ਅਸੀਂ ਪਰ ਉਹ ਵੰਡ ਪਾਉਂਦੇ ਨੇ ਤੇ ਅਸੀਂ ਜੋੜਦੇ ਆ ਸਾਰਾ ਕੁਝ। ਦੂਸਰਾ ਤੁਸੀਂ ਇਹ ਕਹਿੰਦੇ ਆ ਰਹੇ ਹੋ ਕਿ ਜੀ ਇੱਥੇ ਇੰਪਲਾਇਮੈਂਟ ਦਾ ਬਹੁਤ ਬੁਰਾ ਹਾਲ ਹੈ, ਨੌਜਵਾਨ ਕਿੱਧਰ ਜਾਣ, ਨੌਜਵਾਨ ਵੱਡੇ ਪੱਧਰ ਤੇ ਬੇਰੁਜ਼ਗਾਰ ਨੇ ਔਰ ਉਹ ਰੁਜ਼ਗਾਰ ਇਸ ਲੈਵਲ ਤੇ। ਤੀਜਾ ਤੁਸੀਂ ਇਹ ਵੀ ਕਹਿੰਦੇ ਆ ਰਹੇ ਹੋ ਕਿ ਇਹ ਯੂਨੀਅਨ ਆਫ ਸਟੇਟ ਹੈ ਜਿਹੜਾ ਹਿੰਦੁਸਤਾਨ ਹੈ, ਬਾਕੀ ਐ ਨਹੀਂ ਹੈ ਕਿ ਤੁਸੀਂ ਜਿਵੇਂ ਮਰਜ਼ੀ ਤਾਨਾਸ਼ਾਹੀ ਰੂਪ ਦੇ ਵਿੱਚ ਨਹੀਂ ਚਲਾਓਗੇ, ਅਸੀਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਜ਼ ਨੂੰ ਜਾਂ ਸੰਵਿਧਾਨ ਨੂੰ ਉਹਨੂੰ ਅਸੀਂ ਬਚਾਉਣ ਦੀ ਜਾਂ ਉਹਦੇ ਪੱਖ 'ਚ ਖੜਨ ਦੀ ਗੱਲ ਕਰਦੇ। ਜਦੋਂ ਫਿਰ ਇੱਕ ਗੱਲ ਇਹ ਜੀ ਕਹਿ ਦਿੰਦੇ ਹੋ ਤਾਂ ਉਹਦੇ ਨਾਲ ਡਿਬੇਟ ਜਿਹੜੀ ਉਸ ਦਿਨ ਹੋਣੀ ਹੁੰਦੀ ਹੈ, ਜਿਹੜੀ ਤੁਹਾਡੀ ਗੱਲ ਤੇ ਫੋਕਸ ਹੋਣ ਦਾ ਨੈਰੇਟਿਵ ਤੁਹਾਡੇ ਪੱਖ 'ਚ, ਤਾਂ ਉਹ ਤੋਂ ਤਾਂ ਪਲਟ ਜਾਂਦੀ ਹੈ ਨਾ ਡਿਬੇਟ, ਸਗੋਂ ਕਿਤੇ ਹੋਰ ਹੋਣ ਲੱਗ ਗਈ, ਇਸ ਗੱਲ ਤੇ ਕੱਲੀ ਤੇ ਹੋਣ ਲੱਗ ਗਈ, ਉਹ ਤਾਂ ਫਰਕ ਪੈਂਦਾ ਹੀ ਹੈ। ਔਰ ਦੂਜੀ ਗੱਲ, ਬਿਨਾਂ ਸ਼ੱਕ ਰਾਹੁਲ ਗਾਂਧੀ ਨੂੰ ਵੀ ਐਡਵਾਈਸ ਲੋਕ ਕਰਦੇ ਹੀ ਨੇ, ਜਦੋਂ ਵੀ ਰਾਤ ਨੂੰ ਠਹਿਰ ਦਿੰਦੇ ਕਾਂਗਰਸ ਵੀ ਕਹਿੰਦੇ ਹੋਣਗੇ ਵੀ ਆਹ ਤਾਂ ਕਹਿ ਕੇ ਜਾਓ ਜੀ, ਇਹ ਜੀ ਗੱਲ ਤਾਂ ਕਰੋ, ਹਰੇਕ ਦਾ ਆਪੋ ਆਪਣਾ ਇੱਕ ਸੈਟਅਪ ਹੁੰਦਾ। ਔਰ ਇੱਕ ਗੱਲ ਤਾਂ ਇਹ ਵੀ ਹੈ ਕਿ ਕਾਂਗਰਸ ਦੇ ਵਿੱਚ ਵੀ ਦੇਖੋ ਸੈਂਟਰਲਾਈਜੇਸ਼ਨ ਆਫ ਪਾਵਰ ਕੇਵਲ ਐਡਮਿਨਿਸਟ੍ਰੇਟਿਵ ਢਾਂਚੇ 'ਚ ਨਹੀਂ ਹੁੰਦੀ, ਉਹ ਤੁਹਾਡੀਆਂ ਆਰਗੇਨਾਈਜੇਸ਼ਨਾਂ 'ਚ ਵੀ ਹੁੰਦੀ ਹੈ, ਤੁਹਾਡੇ ਕੰਮ ਕਰਨ ਦੇ ਬਿਹੇਵੀਅਰ 'ਚ ਵੀ ਹੁੰਦੀ ਹੈ, ਸਲੀਕੇ 'ਚ ਵੀ ਹੁੰਦੀ ਹੈ। ਹੁਣ ਚਾਹੇ ਖੜਗੇ ਸਾਹਿਬ ਪ੍ਰਧਾਨ ਹੈਗੇ ਨੇ ਕਾਂਗਰਸ ਦੇ, ਪਰ ਸੁਪਰੀਮ ਲੀਡਰ ਦੇ ਤੌਰ ਤੇ ਤਾਂ ਅਜੇ ਵੀ ਰਾਹੁਲ ਗਾਂਧੀ ਵਿਚਰ ਰਹੇ ਨੇ ਨਾ, ਜੋ ਮਰਜ਼ੀ ਆ। ਬਾਕੀ ਵੀ ਸਾਰੇ ਕਾਂਗਰਸੀ ਜਿਹੜੇ ਆ ਰਹੇ ਨੇ, ਕੋਈ ਹੋਰ ਕੋਈ ਚੱਲ ਕੇ ਦਿਖਾਵੇ ਰਾਹੁਲ ਗਾਂਧੀ ਤੋਂ ਬਿਨਾਂ, ਜਿਹੜਾ ਅਹੁਦੇਦਾਰ ਨਹੀਂ ਹੈ, ਤੇ ਜੇ ਤੀਜਾ ਬੰਦਾ ਵੀ ਆ ਗਿਆ ਤੇ ਬਾਕੀ ਬੰਦੇ ਆ ਗਏ ਤਾਂ ਪਤਾ ਲੱਗ ਜਾਊਗਾ। ਇਸੇ ਢੰਗ ਦੇ ਨਾਲ ਨਰਿੰਦਰ ਮੋਦੀ ਉਹਨਾਂ ਦਾ ਸਵਾਲ ਹੈ। ਤੁਸੀਂ ਦੇਖੋ ਕਿ ਬੀਜੇਪੀ ਦੀ 2 ਦਿਨ ਦੀ ਐਗਜੈਕਟਿਵ ਹੋਣੀ ਸੀ, ਪਹਿਲੇ ਦਿਨ ਨਰਿੰਦਰ ਮੋਦੀ ਐਡੇ ਵੱਡੇ ਕਾਫਲੇ ਨਾਲ ਉਸ ਐਗਜੈਕਟਿਵ ਦਾ ਰੋਡ ਸ਼ੋਅ ਕਰਕੇ ਉਸ ਕਾਫਲੇ ਨਾਲ ਉੱਥੇ ਤੱਕ ਜਾਂਦੇ, ਕਹਿੰਦੇ ਨਹੀਂ ਸਾਰੀ ਜਿੱਤ ਜਿਹੜੀ ਗੁਜਰਾਤ ਦੀ ਸਭ ਕੁਝ ਮੋਦੀ ਜੀ ਨੂੰ ਸਮਰਪਿਤ ਕਰਨੀ ਹੈ। ਤਾਂ ਐਡੀ ਵੱਡੀ ਪਾਰਟੀ, ਤੁਸੀਂ ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਭਾਈ, ਉਹ ਪਾਰਟੀ ਨੂੰ ਸਮਰਪਿਤ ਕਿਉਂ ਨਹੀਂ, ਤੇ ਤੁਸੀਂ ਇਕੱਲੇ ਮੋਦੀ ਸਾਹਿਬ ਨੂੰ ਸਮਰਪਿਤ ਕੀ ਕਰਨੀ ਹੈ। ਇਹੀ ਗੱਲ ਕੇਜਰੀਵਾਲ ਉਹਨਾਂ ਦਾ, ਔਰ ਕੇਜਰੀਵਾਲ ਉਹਨਾਂ ਦੇ ਵੀ ਰੀਜਨਲ ਗਰੁੱਪ ਵੀ ਇਹੋ ਜਿਹੇ ਨੇ, ਮਤਲਬ ਉਹ ਠੀਕ ਹੈ ਕਿ ਉਹਨਾਂ ਦਾ ਢਾਂਚਾਗਤ ਤੌਰ ਦੇ ਉੱਤੇ ਉਹ ਨੈਸ਼ਨਲ ਲੈਵਲ ਤੇ ਨਹੀਂ ਹੈ, ਪਰ ਇੱਥੇ ਵੀ ਜਿਵੇਂ ਇੱਕ ਪਰਿਵਾਰ ਹੈ, ਬਾਦਲ ਜਦੋਂ ਵੀ ਕੋਈ ਸਿਸਟਮ ਕਰਨਾ, ਨੋਮੀਨੇਸ਼ਨਾਂ ਹੋ ਰਹੀਆਂ ਨੇ ਅੱਜ ਕੱਲ੍ਹ ਅਕਾਲੀ ਦਲ ਦੇ ਢਾਂਚੇ ਦੀਆਂ, ਹਾਲਾਂਕਿ ਜਿਹੜੀ ਪਹਿਲਾਂ ਕਹਿੰਦੇ ਸੀਗੇ ਉਹ ਸ਼ਾਇਦ ਮਤਲਬ ਹੇਠੋਂ ਚੁਣੀਆਂ ਜਾਣਗੀਆਂ, ਚੁਣ ਕੇ ਆਉਣਗੀਆਂ, ਝੁੰਦਾ ਕਮੇਟੀ ਦੀ ਰਿਪੋਰਟ ਆਏਗੀ, ਔਰ ਇਹੀ ਚੁਟਾਲਿਆਂ ਦੇ ਹੋ ਰਹੇ, ਇਹੀ ਅੱਗੇ ਚੱਲ ਜੋ ਡੀਐਮਕੇ ਤੋਂ ਚੱਲ ਜੋ, ਇਹੀ ਮਮਤਾ ਦੇ ਚੱਲ ਜੋ, ਇਹ ਜਿਹਦੇ ਮਰਜ਼ੀ ਚੱਲ ਜੋ, ਮਤਲਬ ਜ਼ਿਆਦਾਤਰ ਉਹੀ ਤਰੀਕਾ ਹੋ ਰਿਹਾ। ਔਰ ਸਾਡੀ ਜਿਹੜੀ ਇੰਡੀਅਨ ਪੋਲਿਟਿਕਸ, ਮੈਂ ਤਾਂ ਇਦੋਂ ਵੀ ਅੱਗੇ ਗੱਲ ਕਰਦਾ, ਸਾਡਾ ਮਾਈਂਡ ਸੈਟ ਹੈ, ਇਹ ਛੱਡੋ, ਸਾਡੇ ਤਾਂ ਜੂਨੀਅਰਾਂ ਤੇ ਜਨਤਕ ਜਥੇਬੰਦੀਆਂ ਤੇ ਟ੍ਰੇਡ ਯੂਨੀਅਨਾਂ ਦੇ ਵਿੱਚ ਵੀ ਲਗਭਗ ਉਵੇਂ ਹੀ ਬੰਦੇ ਚੱਲੀ ਜਾ ਰਹੇ ਨੇ, ਕਿਤੇ ਰੋਕ ਨਹੀਂ। ਇਹ ਡੈਮੋਕ੍ਰੇਟਿਕ ਐਟੀਟਿਊਡ, ਡੈਮੋਕ੍ਰੇਸੀ ਨੂੰ ਜਿਵੇਂ ਕਿਹਾ ਜਾਂਦਾ ਨਾ, ਇਹ ਇੱਕ ਟਰਮ ਨਹੀਂ ਹੈ, ਬੇਸਿਕਲੀ ਇਹ ਵੇ ਆਫ ਲਾਈਫ ਹੈ, ਜ਼ਿੰਦਗੀ ਜਿਉਣ ਦਾ ਇੱਕ ਤਰੀਕਾਕਾਰ ਅਲੱਗ ਹੋਣਾ ਚਾਹੀਦਾ। ਉਹਦੇ ਲਈ ਜੋ ਮੰਥਨ ਕਰਨਾ ਚਾਹੀਦਾ ਉਹ ਸਾਡੇ ਦੇਸ਼ 'ਚ ਨਹੀਂ ਹੋ ਰਿਹਾ, ਤਾਂ ਕਿ ਅਸੀਂ ਉਹੇ ਜਿਹੇ ਬਣੀਏ, ਸਾਡਾ ਐਟੀਟਿਊਡ ਬਣੇ, ਸਾਡੀ ਜ਼ਿੰਦਗੀ ਦੀ ਚਾਲ ਢਾਲ, ਸਾਡਾ ਬਿਹੇਵੀਅਰ ਸਾਰੇ ਕਿਤੇ ਆਏ, ਤਾਂ ਫਿਰ ਉਹ ਸੰਸਥਾਵਾਂ 'ਚ ਵੀ ਰਿਫਲੈਕਟ ਕਰੂਗਾ। ਹੁਣ ਉਹ ਸੰਸਥਾਵਾਂ 'ਚ ਨਹੀਂ ਕਰਦਾ। ਇਹ ਗੱਲ 'ਚ ਕੋਈ ਦੋ ਰਾਮਾ ਨਹੀਂ ਹੈ ਕਿ ਪਾਰਟੀਆਂ ਦੇ ਅੰਦਰ ਬੰਦਿਆਂ ਦੀ, ਪਰਿਵਾਰਾਂ ਦੀ, ਜਾਂ ਜਿਹੜੇ ਕੁਝ ਹੋਰ ਇੱਕਾ ਦੁੱਕਾ 2 ਬੰਦਿਆਂ ਦੀ ਰਲਾ ਕੇ ਕਿਸੇ ਗਰੁੱਪ ਦੀ, ਉਹਨਾਂ ਦੀ ਉਹ ਚੱਲਦੀ ਹੈ। ਡੈਮੋਕ੍ਰੇਸੀ ਉਸ ਪੱਧਰ ਤੇ ਨਹੀਂ ਹੈ, ਇਸੇ ਕਰਕੇ ਡੈਮੋਕ੍ਰੇਸੀ ਫੈਡਰਲ ਸਟਰਕਚਰ 'ਚ ਨਹੀਂ ਹੈ, ਜਿਹੜਾ ਬਾਕੀ ਦੀਆਂ ਗੱਲਾਂ ਕਰ ਰਹੇ। ਮੈਂ ਫਿਰ ਲੋਕਤੰਤਰ ਦੇ ਇੱਕ ਹੋਰ ਪਹਿਲੂ ਤੋਂ ਸਮਝਣਾ ਚਾਹੁੰਦਾ ਜੀ। ਤੁਸੀਂ ਮਤਲਬ ਇਹ ਦੇਖੋ ਕਿ 2/3 ਵਾਲਾ ਤਰੀਕਾ ਆ ਗਿਆ ਕਿ ਕਿਸੇ ਗਰੁੱਪ ਦੇ ਜੇ ਤੁਸੀਂ ਐਮਐਲਏ 2/3 ਟੁੱਟਦੇ ਨੇ ਤਾਂ ਉਹ ਮਾਨਤਾ ਹੈ, ਨਹੀਂ ਉਹਨਾਂ ਦੀ ਐਮਐਲਏਸ਼ਿਪ ਖਤਮ ਹੋ ਗਈ। ਇਹ ਜਦੋਂ ਨਿਯਮ ਆਇਆ ਤਾਂ ਲੱਗਿਆ ਕਿ ਲੈ ਭਾਈ ਹੁਣ ਇਹ ਠੱਲ ਪੈ ਜੂਗੀ, ਘੱਟੋ ਘੱਟ ਐਮਐਲਏ ਵਿਕਣਗੇ, ਖਰੀਦਣਗੇ ਨਹੀਂ। ਪਰ ਉਹ ਤੋਂ ਬਾਅਦ ਹੋਲਸੇਲ 'ਚ ਖਰੀਦਦਾਰੀ ਵੀ ਸ਼ੁਰੂ ਹੋ ਗਈ, ਹੋਲਸੇਲ 'ਚ ਵਿਕਣ ਵੀ ਲੱਗ ਗਏ ਤੇ ਹੋਲਸੇਲ 'ਚ ਲੁਕਾਉਣੇ ਵੀ ਪੈ ਗਏ। ਜੇਕਰ ਮੈਂ ਤਾਜ਼ੀ ਉਦਾਹਰਨ ਦੇਵਾਂ, ਚੰਡੀਗੜ੍ਹ 'ਚ ਕਹਿੰਦੇ ਮੇਅਰ ਬਣ ਗਿਆ ਜੀ ਬੀਜੇਪੀ ਦਾ। ਸਵਾਲ ਮੇਅਰ ਦਾ ਨਹੀਂ ਗਾ, ਸਵਾਲ ਇਹ ਹੈ ਕਿ ਇੱਥੇ ਆਲੇ ਦੁਆਲੇ 3 ਸੂਬਿਆਂ 'ਚ 3 ਪਾਰਟੀਆਂ ਦੀਆਂ ਸਰਕਾਰਾਂ ਨੇ। ਚੰਡੀਗੜ੍ਹ 'ਚ 14 MC ਸੀਗੇ ਬੀਜੇਪੀ ਦੇ, ਤੇ ਉਹ ਚੱਕ ਕੇ ਉਹਨਾਂ ਨੂੰ ਮੋਰਨੀ ਹਿੱਲ ਲੈ ਗਏ, ਹਾਂ ਬੀਜੇਪੀ ਦੀ ਸਰਕਾਰ ਆ ਭਾਈ ਹਰਿਆਣੇ 'ਚ। 14 ਆਮ ਆਦਮੀ ਪਾਰਟੀ ਦੇ ਸੀ, ਉਹਨਾਂ ਨੂੰ ਨੂਰਪੁਰ ਬੇਦੀ ਪੰਜਾਬ 'ਚ ਲੈ ਗਏ ਕਿ ਭਾਈ ਚਲੋ ਟਰੈਕਟਰ ਤੇ ਘੁੰਮੋ ਤੁਸੀਂ। ਤੇ 6 ਕਾਂਗਰਸ ਦੇ ਸੀ, ਉਹਨਾਂ ਨੂੰ ਕਸੌਲੀ ਲੈ ਗਏ, ਕਾਂਗਰਸ ਦੀ ਸਰਕਾਰ ਹਿਮਾਚਲ 'ਚ। ਸੋ ਆਹ ਜਿਹੜੇ ਲੁਕਾਉਣੇ ਪੈਂਦੇ ਨੇ, ਇਦਾਂ ਹੀ ਆਪਾਂ ਬਾਕੀ ਸੂਬਿਆਂ 'ਚ ਦੇਖਿਆ, ਬੱਸਾਂ 'ਚ ਲੱਦ ਕੇ ਰਾਤ ਨੂੰ ਲਿਜਾ ਰਹੇ ਨੇ। ਆਹ ਕਿਹੜਾ ਨਵੇਂ ਤਰ੍ਹਾਂ ਦਾ ਲੋਕਤੰਤਰ ਹੈ? ਦੇਖੋ, ਸਭ ਤੇ ਹਾਸੋਹੀਣੀ ਗੱਲ ਇਹ ਹੈਗੀ ਹੈ, ਇਹ ਸਾਰਾ ਕੁਝ ਲੋਕਤੰਤਰ ਦੇ ਨਾਂ ਤੇ ਹੋ ਰਿਹਾ। ਦੇਖੋ, ਜਿਸ ਵੇਲੇ ਵੀ ਤੁਸੀਂ ਕਰਨਾਟਕਾ ਦੀ ਐਗਜ਼ਾਮਪਲ ਲੈ ਲਓ, ਤੁਸੀਂ ਮੱਧ ਪ੍ਰਦੇਸ਼ ਦੀ ਐਗਜ਼ਾਮਪਲ ਲੈ ਲਓ, ਗੋਆ ਦੀ ਐਗਜ਼ਾਮਪਲ ਲੈ ਲਓ, ਜਿੰਨੇ ਵੀ ਸਟੇਟਸ ਦੇ ਵਿੱਚ ਸਰਕਾਰਾਂ ਤੋੜੀਆਂ ਗਈਆਂ ਜੀ,
ਪਹਿਲਾਂ ਸੀ ਗਿਆ ਵੀ 2 MLA 2 MP ਟੁੱਟ ਗਏ, ਹੁਣ ਉਹ ਕਹਿੰਦੇ ਬਲਕ ਦੇ ਵਿੱਚ ਖਰੀਦ ਲਓ, ਔਰ ਖਰੀਦ ਕੇ ਉਹਨਾਂ ਦੇ ਬਕਾਇਦਾ ਪਬਲਿਸ਼ ਹੁੰਦਾ ਹੈ, ਅਖਬਾਰਾਂ ਦੇ ਵਿੱਚ ਆਉਂਦਾ ਹੈ ਕਿ ਕਿਹਦਾ ਕੀ ਮੁੱਲ ਪਿਆ, ਔਰ ਉਸ ਤੋਂ ਬਾਅਦ ਚਾਰਟਰਡ ਪਲੇਨਸ ਕੀਤੇ ਜਾਂਦੇ ਆ। ਉਹ ਚਾਰਟਰਡ ਪਲੇਨ ਜਿਹੜੇ ਹੈਗੇ ਆ 5 ਸਟਾਰ ਹੋਟਲਾਂ ਦੇ ਵਿੱਚ ਉਹਨਾਂ ਨੂੰ ਠਹਿਰਾਇਆ ਜਾਂਦਾ ਹੈ ਤੇ ਵਗੈਰਾ ਵਗੈਰਾ। ਹੁਣ ਸਵਾਲ ਇਹ ਹੈਗਾ ਕਿ ਉਹ ਪੈਸਾ ਕਿੱਥੋਂ ਆਉਂਦਾ ਹੈ? ਕੋਈ ਵੀ ਬੰਦਾ ਕੁਐਸਚਨ ਨਹੀਂ ਕਰਦਾ, ਕੋਈ ਵੀ ਬੰਦਾ ਇਹ ਕੁਐਸਚਨ ਨਹੀਂ ਕਰਦਾ ਵੀ ਇਹ ਟੈਕਸ ਪੇਅਰ ਦੀ ਮਨੀ ਹੈ ਕਿਤੇ ਨਾ ਕਿਤੇ। ਇਹ ਪੈਸਾ ਜਿਹੜਾ ਹੈਗਾ ਜਾਂ ਤਾਂ ਸਾਰਾ ਜਿਹੜਾ ਹੈਗਾ ਬਲੈਕ ਦਾ 2 ਨੰਬਰ ਦਾ, ਜਾਂ ਇਹ ਪੈਸਾ ਜਿਹੜਾ ਹੈਗਾ ਅਗਰ ਸਰਕਾਰੀ ਉਹਦੇ ਵਿੱਚੋਂ ਇਸਤੇਮਾਲ ਕੀਤਾ ਜਾਂਦਾ ਤਾਂ ਟੈਕਸ ਪੇਅਰ ਦੀ ਮਨੀ ਹੈ। ਉਹ ਕੋਈ ਵੀ ਕੁਐਸਚਨ ਨਹੀਂ ਕਰਦਾ। ਉਹ ਇਟ ਹੈਜ਼ ਬਿਕਮ ਅ ਨਿਊ ਨਾਰਮਲ। ਅੱਛਾ ਜੀ, ਕਿ ਮਤਲਬ ਹੁੰਦਾ ਹੀ ਹੈ, ਇਹ ਤਾਂ ਕੋਈ ਖਾਸ ਗੱਲ ਨਹੀਂ। ਉਹਦੇ ਨਾਲ ਕੀ ਹੈਗਾ, ਆਪਾਂ ਦੇਖਦੇ ਹਾਂ ਕਿ ਉਹਦਾ ਕੈਸਕੇਡਿੰਗ ਇਫੈਕਟ ਜਿਹੜਾ ਹੈਗਾ ਲੋਅਰ ਲੈਵਲ ਤੇ ਪੈਣਾ। ਜਿਵੇਂ ਕਿ ਤੁਸੀਂ ਦੀ ਗੱਲ ਕੀਤੀ ਹੈ ਚੰਡੀਗੜ੍ਹ ਦੇ ਮੇਅਰ ਦੇ ਇਲੈਕਸ਼ਨ ਦੀ, ਉਹਦੇ ਵਿੱਚ ਵੀ ਇਹੀ ਹੈਗਾ ਕਿ ਸਭ ਤੋਂ ਪਹਿਲੀ ਤਾਂ ਚੀਜ਼ ਇਹ ਹੈਗੀ ਆ ਕਿ ਜਿਹੜਾ ਬੰਦਾ ਜਿੱਤ ਕੇ ਜਾਂਦਾ ਹੈ ਨਾ ਤਾਂ ਉਹਨੂੰ ਆਪਣੇ ਉੱਪਰ ਵਿਸ਼ਵਾਸ ਹੈ ਵੀ ਮੈਂ ਆਪਣੇ ਆਪ ਨੂੰ ਉੱਥੇ ਕਾਇਮ ਰੱਖ ਸਕਦਾ ਜਿੱਥੋਂ ਮੈਂ ਜਿੱਤ ਕੇ ਆਇਆ, ਜਿਸ ਪੈਡੈਸਟਲ ਤੋਂ ਮੈਂ ਜਿੱਤ ਕੇ ਆਇਆ, ਜਿਸ ਪਾਰਟੀ ਤੋਂ। ਔਰ ਪਾਰਟੀਆਂ ਨੂੰ ਇਹ ਹੈਗਾ ਵੀ ਹਰ ਬੰਦਾ ਵਿਕਾਊ ਹੈ, ਹਰ ਬੰਦੇ ਦੀ ਕੋਈ ਨਾ ਕੋਈ ਕੀਮਤ ਹੈ। ਇਹ ਸਾਡੀ ਡੈਮੋਕ੍ਰੇਸੀ ਦੀ ਤਰਾਸਦੀ ਹੈ ਕਿ ਜੀ ਇਹ ਜੀ 10 ਕਰੋੜ, ਇਹ 5 ਕਰੋੜ, ਇਹ 2 ਕਰੋੜ, 25 ਕਰੋੜ, ਇਹ ਜਿਹੜਾ ਹੈਗਾ ਯਾਨੀ ਕਿ। ਔਰ ਠੱਗੇ ਕੌਣ ਜਾਂਦੇ ਆ? ਲੋਕਾਂ ਨੇ ਮੈਨੂੰ ਵੋਟ ਪਾਈ ਹੈ ਇੱਕ ਪਾਰਟਿਕੂਲਰ ਏਜੰਡੇ ਤੇ, ਪਾਰਟਿਕੂਲਰ ਮੈਨੀਫੈਸਟੋ ਤੇ, ਪਾਰਟਿਕੂਲਰ ਪਾਰਟੀ ਨੂੰ ਸਾਹਮਣੇ ਰੱਖ ਕੇ, ਲੇਕਿਨ ਮੈਂ ਜਾਂਦੇ ਸਾਰ ਆਪਣਾ ਸੌਦਾ ਕਰਕੇ ਕਿਤੇ ਹੋਰ ਤੁਰ ਜਾਣਾ। ਇਹ ਲੋਕਾਂ ਦਾ ਸੌਦਾ, ਉਸ ਤੋਂ ਬਾਅਦ ਇਹ ਲੋਕਾਂ ਦੇ ਵੋਟ ਦਾ, ਲੋਕਾਂ ਦੇ ਇਤਕਾਦ ਦਾ ਸੌਦਾ ਹੈ, ਲੋਕਾਂ ਦੀ ਰਾਏ ਦਾ ਸੌਦਾ ਹੈ, ਜਿਹੜੀ ਕਿ ਉਹਨਾਂ ਨੇ ਮੈਨੂੰ ਦਿੱਤੀ ਹੈ। ਮੇਰੇ ਇੱਕ ਪਾਰਟਿਕੂਲਰ ਇਸ ਕਰਕੇ ਦਿੱਤੀ ਹੈ ਕਿ ਮੈਂ ਫਲਾਨੀ ਜਗ੍ਹਾ ਤੇ ਖੜਾ। ਉਸ ਤੋਂ ਬਾਅਦ ਮੈਂ ਫੇਰ ਬੇਸ਼ਰਮਾ ਵਾਂਗੂ ਆ ਕੇ ਦੁਬਾਰਾ ਉਹਨਾਂ ਦੇ ਮੂਹਰੇ ਵੋਟਾਂ ਫੇਰ ਮੰਗਦਾ, ਔਰ ਲੋਕ ਵੀ ਵੋਟ ਪਾ ਦਿੰਦੇ ਆ। ਕਈ ਜਗ੍ਹਾ ਤੇ ਇਦਾਂ ਵੀ ਹੁੰਦਾ ਹੈ ਕਿ ਤੁਸੀਂ ਚੇਂਜ ਕਰਕੇ ਵੀ ਆ ਗਏ, ਉਹ ਕਹਿੰਦੇ ਠੀਕ ਹੈ। ਉਹਦੀ ਵਜ੍ਹਾ ਕੀ ਹੈ? ਉਹ ਕਹਿੰਦਾ ਵੀ ਮੈਨੂੰ ਜਦ ਪੈਸਾ ਦੇ ਕੇ ਖਰੀਦਿਆ ਗਿਆ ਤਾਂ ਮੈਂ ਵੀ ਅੱਗੇ ਵੋਟ ਪੈਸਾ ਦੇ ਕੇ ਖਰੀਦ ਸਕਦਾ। ਉਹਦੇ ਵਿੱਚੋਂ ਪੈਸਾ ਮਤਲਬ ਇਟ ਹੈਜ਼ ਬਿਕਮ ਅ ਬਿਜ਼ਨਸ। ਉਸ ਬਿਜ਼ਨਸ ਦੇ ਵਿੱਚ ਆਪਾਂ ਦੇਖਦੇ ਆ ਕਿ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਪਤਾ ਹੈ ਵੀ ਆ ਕਲੋਨੀਆਂ, ਆ ਪਿੰਡ, ਉਹਦੇ ਵਿੱਚ ਇਸ ਤਰ੍ਹਾਂ ਪੈਸਾ ਦੇਣਾ, ਉਹ ਸਾਰਾ ਚੈਨਲ ਬਣੇ ਹੋਏ ਆ। ਉਹਦੇ ਮੁਤਾਬਕ ਲੋਕ ਜਿਹੜੇ ਹੈਗੇ ਆ ਉਹਨਾਂ ਤੋਂ ਵੋਟਾਂ ਲੈਣੀਆਂ, ਔਰ 5 ਸਾਲ ਉਹਨਾਂ ਨੇ ਕਹਿੰਦਾ ਕੁਝ ਕਰੀਏ ਚਾਹੇ ਨਾ ਕਰੀਏ, ਅਲਟੀਮੇਟਲੀ ਜਦ ਇਲੈਕਸ਼ਨ ਉਹਨਾਂ ਨੇ ਪੈਸਾ ਤਾਂ ਖਰਚ ਕਰਨਾ ਹੀ ਪੈਣਾ, ਫਿਰ ਖਰੀਦ ਲਾਂਗੇ। ਉਹ ਕਹਿੰਦਾ ਮੈਂ ਅੱਗੇ ਵਿਕ ਜੂਗਾ। ਇਹ ਇੱਕ ਵਿਸ਼ੇਸ਼ ਸਰਕਲ ਪੈਦਾ ਹੋ ਗਿਆ। ਭਾਜੀ ਇੱਕ ਪਾਸੇ ਆਪਾਂ MLA ਔਰ MPਆਂ ਦੀ ਗੱਲ ਕਰ ਰਹੇ ਹਾਂ, ਅੱਜ ਕੱਲ੍ਹ ਰਾਜਪਾਲ ਵੀ ਨਵੀਂ ਭੂਮਿਕਾ 'ਚ ਨੇ। ਅੱਗੇ ਰਾਜਪਾਲ ਹੁੰਦੇ ਸੀ ਕਿ ਕੇਂਦਰ ਦਾ ਔਰ ਸੂਬਿਆਂ ਦੀਆਂ ਸਰਕਾਰਾਂ ਦਾ ਤਾਲਮੇਲ ਦਾ ਇੱਕ ਕੇਂਦਰ, ਕਿ ਉਹਨਾਂ ਦੇ ਰਾਹੀਂ ਰਾਸ਼ਟਰਪਤੀ ਨੂੰ ਮਾਮਲੇ ਜਾਣੇ ਨੇ, ਕੋਈ ਫੈਸਲੇ ਜਾਣੇ ਨੇ, ਨੋਟੀਫਿਕੇਸ਼ਨਾਂ ਹੋਣੀਆਂ ਨੇ, ਉਹ ਤਾਲਮੇਲ। ਪਰ ਅੱਜ ਕੱਲ੍ਹ ਉਹ ਕੇਂਦਰ ਦੇ ਏਜੰਟ ਬਣ ਕੇ ਕੰਮ ਕਰ ਰਹੇ ਨੇ। ਚਾਹੇ ਮੈਂ ਪੰਜਾਬ ਦੀ ਗੱਲ ਕਰ ਲਵਾਂ, ਚਾਹੇ ਮੈਂ ਦਿੱਲੀ ਦੀ ਗੱਲ ਕਰ ਲਵਾਂ, ਚਾਹੇ ਆਪਾਂ ਹੋਰ ਸੂਬਿਆਂ 'ਚ ਗੱਲ ਕਰ ਲਈਏ, ਰਾਤਾਂ ਨੂੰ ਠਾਲ ਕੇ ਜਿਵੇਂ ਉਹਨਾਂ ਨੇ ਦਸਤਖਤ ਕੀਤੇ ਨੇ। ਸੋ ਇਹ ਰਾਜਪਾਲ ਕਿਹੜੀ ਭੂਮਿਕਾ 'ਚ ਨੇ? ਇਹ ਕਿਹੜਾ ਲੋਕਤੰਤਰ ਦਾ ਨਵਾਂ ਉਦਾਹਰਨ ਪੇਸ਼ ਕਰ ਰਹੇ ਨੇ? ਨਹੀਂ, ਰਾਜਪਾਲ ਦੀ ਜਿਹੜੀ ਸੰਸਥਾ ਹੈ ਤਾਂ ਵੈਸੇ ਸ਼ੁਰੂ ਤੋਂ ਹੀ ਵਿਵਾਦਿਤ ਰਹੀ ਹੈ ਤੇ ਡਿਬੇਟ ਹੁੰਦੀ ਰਹੀ ਹੈ ਸ਼ੁਰੂ ਤੋਂ ਹੀ ਕਿ ਕੀ ਉਹ ਕੇਂਦਰ ਨੇ ਕਿਉਂ ਬਿਠਾਏ ਨੇ, ਕੇਵਲ ਕੇਂਦਰ ਨੇ ਰਿਪੋਰਟ ਲੈਣ ਲਈ ਬਿਠਾਏ ਨੇ ਜਾਂ ਰਾਜਾਂ ਨਾਲ ਕੋਈ ਕੋਆਪਰੇਸ਼ਨ। ਅੱਜ ਤੋਂ ਨਹੀਂ ਚੱਲਦੀ, ਇੰਨੀਆਂ ਸਰਕਾਰਾਂ ਟੁੱਟਦੀਆਂ ਰਹੀਆਂ ਰਾਜਪਾਲ ਦੇ ਮਤਲਬ ਰਿਪੋਰਟਾਂ ਦੇ ਉੱਤੇ। 9 ਦੇਸ਼ਾਂ ਦੀਆਂ 9 ਸੂਬਿਆਂ ਦੀਆਂ ਸਰਕਾਰਾਂ ਤਾਂ ਜਿਹੜੀ ਤਬਦੀਲੀ ਲਈ ਆਈ ਜਨਤਾ ਪਾਰਟੀ ਸੀ 77 ਚ ਉਹਨਾਂ ਨੇ ਤੋੜਤੀਆਂ ਸੀ, ਫਿਰ ਇਮੀਡੀਏਟ 80 ਚ ਕਾਂਗਰਸ ਆ ਗਈ, ਫਿਰ ਉਹਨਾਂ ਨੇ ਤੋੜਤੀਆਂ ਆਰਟੀਕਲ 356 ਤਹਿਤ। ਮਤਲਬ ਉਹ ਉਹੀ ਗੱਲ ਹੈ ਕਿ ਤੁਸੀਂ ਮਤਲਬ ਕਦੋਂ ਵਰਤਣਾ ਤੁਸੀਂ ਕੇਂਦਰ ਸਰਕਾਰ ਨੇ ਕਿਸੇ ਰਾਜਪਾਲ ਨੂੰ? ਜਦੋਂ ਕੋਈ ਕੇਂਦਰ ਸਰਕਾਰ ਇਸ਼ਾਰਾ ਕਰਨਾ ਸ਼ੁਰੂ ਕਰ ਦਿੰਦੀ ਹੈ ਰਾਜਪਾਲਾਂ ਨੂੰ ਕਿ ਹੁਣ ਤੁਹਾਡੇ ਤੋਂ ਇਹ ਕੰਮ ਲੈਣਾ, ਉਹ ਐਕਟਿਵ ਹੋ ਜਾਂਦੇ ਨੇ। ਜਦੋਂ ਕੋਈ ਕੇਂਦਰ ਸਰਕਾਰ ਇਹੋ ਜਿਹੀ ਰਹਿੰਦੀ ਹੈ ਥੋੜੀ ਜੀ, ਜਿਵੇਂ ਪਿਛਲਾ ਇੱਕ ਦੌਰ ਆਇਆ ਸੀ ਸਾਡੇ ਲਗਭਗ 2.5 ਦਹਾਕਿਆਂ ਦਾ, 2.5-3 ਦਹਾਕਿਆਂ ਦਾ, ਜਦੋਂ ਕੋਲੀਸ਼ਨ ਸਰਕਾਰਾਂ ਬਣਨੀਆਂ ਸ਼ੁਰੂ ਹੋ ਗਈਆਂ ਸੀ, ਕਿਸੇ ਸਿੰਗਲ ਪਾਰਟੀ ਦਾ ਬਹੁਮਤ ਵਾਲੀ ਸਰਕਾਰ ਬਣਨੀ ਕੇਂਦਰ ਚ ਬੰਦ ਹੋ ਗਈ ਸੀ। ਉਹ ਦੌਰ ਥੋੜਾ ਜਿਹਾ ਨਾਰਮਲ ਜਿਹਾ ਦੌਰ ਰਿਹਾ ਕਿ 356 ਕਿਤੇ ਨਹੀਂ ਲਾਗੂ ਆਏ, ਸਰਕਾਰਾਂ ਟੁੱਟਣੀਆਂ ਸੂਬਿਆਂ ਦੀਆਂ ਬੰਦ ਹੋ ਗਈਆਂ ਸੀ, ਕਿਉਂਕਿ ਉੱਥੇ ਤੁਸੀਂ ਇੱਕ ਰੱਸੇ ਨਹੀਂ ਸੀ ਚੱਲ ਸਕਦੇ। ਔਰ ਫਿਰ ਉਹ ਕਈਆਂ ਨੂੰ ਰਾਜ ਸਭਾ ਦੇ ਵਿੱਚ ਬਹੁਮਤ ਨਹੀਂ ਸੀ ਮਿਲਦੀ, ਕਈਆਂ ਨੂੰ ਕਿਤੇ ਹੋਰ, ਸਾਰੇ ਕਿਤੇ। ਪਰ ਹੁਣ ਜਦੋਂ ਦਾ ਦੁਬਾਰਾ ਬੀਜੇਪੀ ਨੂੰ ਮਤਲਬ ਸਿੰਗਲ ਹੈਂਡਡਲੀ ਬਹੁਮਤ ਆਉਣਾ ਸ਼ੁਰੂ ਹੋ ਗਿਆ, ਉਹਨਾਂ ਨੇ ਤਾਂ ਆਪਣੀ ਆਈਡੀਓਲੋਜੀ ਨੂੰ ਪੈਨੀਟ੍ਰੇਟ ਕਰਨਾ। ਜੇ ਦੇਸ਼ ਦੇ ਵਿੱਚ ਦੇਖਿਆ ਜਾਏ ਨਾ, ਜਿਹੜੀ ਵਿਚਾਰਧਾਰਾ ਤੇ ਚੱਲ ਰਹੀ ਪਾਰਟੀ ਹੈ ਤਾਂ ਇੱਕੋ ਇੱਕ ਨਜ਼ਰ ਆਉਂਦੀ ਹੈ ਹਜੇ ਤਾਂ, ਉਹ ਬੀਜੇਪੀ ਨਜ਼ਰ ਆਉਂਦੀ ਹੈ। ਜਿਹੜੀ ਹਿੰਦੂਤਵ ਦੇ ਪੋਲੀਟੀਸ਼ੀਅਨ ਨੂੰ ਜੋ ਮਰਜ਼ੀ ਹੋ ਜਾਏ ਆਪਾਂ ਇਹ ਏਜੰਡਾ ਧੱਕ ਦੇਣਾ ਬਾਈ ਹੁੱਕ ਔਰ ਕਰੁੱਕ, ਜਿਸ ਵੀ ਤਰੀਕੇ ਨਾਲ, ਚਾਹੇ ਉਹ ਸਿਲੇਬਸ ਬਦਲਣ ਤੋਂ ਲੈ ਕੇ, ਚਾਹੇ ਉਹ ਸਿੱਖਿਆ ਦੇ ਮਾਮਲੇ, ਚਾਹੇ ਉਹ ਹਿਸਟਰੀ ਬਦਲਣ ਤੋਂ ਲੈ ਕੇ, ਚਾਹੇ ਨਾਮ ਬਦਲਣ ਤੋਂ ਲੈ ਕੇ, ਚਾਹੇ ਬਾਬਰੀ ਮਸਜਿਦ ਵਾਲਾ ਕਾਮਨ ਸਿਵਲ ਕੋਡ, ਬਾਕੀ ਜਿੰਨੀਆਂ ਮਰਜ਼ੀ ਨੇ, ਕਸ਼ਮੀਰ ਨੂੰ ਤੋੜ ਕੇ ਯੂਟੀ ਚ ਬਣਾਤਾ, ਉਹ ਸਾਰੀਆਂ ਚੀਜ਼ਾਂ
ਚੀਜ਼ਾਂ ਜਿਹੜੀਆਂ ਚੱਲਦੀਆਂ ਨੇ। ਤੇ ਜਦੋਂ ਤੁਸੀਂ ਉਧਰ ਨੂੰ ਲੈ ਕੇ ਚੱਲਦੇ ਹੋ ਤਾਂ ਤੁਸੀਂ ਬਿਲਕੁਲ ਟਾਰਗੇਟ ਲਾਈਨ ਕੱਢ ਕੇ ਚੱਲ ਰਹੇ ਹੋ। ਤਾਂ ਲਾਈਨ ਕੱਢ ਕੇ ਚੱਲਦੇ ਹੋ, ਤੁਸੀਂ ਕਹਿ ਰਹੇ ਹੋ ਵੀ ਆਪੋਜੀਸ਼ਨ ਦੀਆਂ ਸਰਕਾਰਾਂ ਨੂੰ ਐਂ ਤੰਗ ਕਰਾਂਗੇ। ਇਸੇ ਲਈ ਉਹ ਸਾਰੇ, ਚਾਹੇ ਉਹ ਡੀਐਮਕੇ ਨਾਲ ਰੌਲਾ ਹੋਵੇ, ਚਾਹੇ ਉਹ ਪੱਛਮੀ ਬੰਗਾਲ 'ਚ ਰੌਲਾ ਹੋਵੇ, ਚਾਹੇ ਉਹ ਇੱਥੇ, ਹੁਣ ਤਾਂ ਇਹ ਸਾਰੇ ਉਧਰ ਨੂੰ ਆ ਗਏ। ਸਗੋਂ ਧਨਖੜ ਉਹਨਾਂ ਦਾ ਬਿਆਨ ਸੀਗਾ, ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ, ਉਹ ਸੰਵਿਧਾਨਕ ਪੋਸਟ ਦੇ ਉੱਤੇ ਨੇ। ਔਰ ਉਹ ਜਦੋਂ ਪ੍ਰੈਜ਼ਾਈਡਿੰਗ ਅਫਸਰਾਂ ਦੀ 83ਵੀਂ ਮੰਤਰੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀਗੇ ਜੈਪੁਰ ਦੇ ਵਿੱਚ, ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਜੀ ਸੁਪਰੀਮ ਕੋਰਟ ਗਲਤ ਕਰ ਰਹੀ ਹੈ, ਸਾਡੇ ਪਾਰਲੀਮੈਂਟ 'ਚ ਦਖਲ ਦੇ ਰਹੀ ਹੈ। ਈਵਨ ਇੱਥੋਂ ਤੱਕ ਕਿ ਜੀ ਪੁਰਾਣੀਆਂ ਜੱਜਮੈਂਟਾਂ ਵੀ ਸਾਰੀਆਂ, ਕੇਸਵਾਨੰਦ ਭਾਰਤੀ 73 ਦੀ ਜੱਜਮੈਂਟ ਆ, ਉਹ ਵੀ ਗਲਤ ਹੈ। ਜਿਹੜੇ ਕਹਿੰਦੇ ਆ ਕਿ ਬੁਨਿਆਦੀ ਢਾਂਚੇ ਨਾਲ ਛੇੜਛਾੜ ਨਹੀਂ ਕਰ ਸਕਦੇ, ਇਸ ਹੱਦ ਤੱਕ ਬੋਲਿਆ ਜਾ ਰਿਹਾ। ਫਿਰ ਰਿਜਜੂ ਜਿਹੜੇ ਕਾਨੂੰਨ ਮੰਤਰੀ ਨੇ, ਉਹ ਬਾਵਜੂਦ ਸੁਪਰੀਮ ਕੋਰਟ ਦੇ ਹਿੱਟ ਕਰਨ ਦੇ ਵੀ ਅਸੀਂ ਨਹੀਂ, ਫਿਰ ਸਾਨੂੰ ਕੋਈ ਜੁਡੀਸ਼ੀਅਲ ਫੈਸਲਾ ਦੇਣਾ ਪਊਗਾ, ਕੇਂਦਰ ਸਰਕਾਰ ਆ ਜਿਹੜੀ ਅਪਾਇੰਟਮੈਂਟਾਂ 'ਚ ਉਹ ਕਰੇ, ਉਹ ਫਿਰ ਚਿੱਠੀ ਲਿਖ ਦਿੰਦੇ ਨੇ ਕਿ ਇੱਕ ਨੁਮਾਇੰਦਾ ਘੱਟੋ ਘੱਟ ਸਾਡੀਆਂ ਸਰਕਾਰਾਂ ਦਾ ਹੋਣਾ ਚਾਹੀਦਾ ਤੁਹਾਡੀ ਅਪਾਇੰਟਮੈਂਟ ਦੇ ਵਿੱਚ। ਮਤਲਬ ਜਦ ਤੁਸੀਂ ਪਿੱਛੇ ਨਹੀਂ ਹਟਣਾ, ਉਹ ਜਿਹੜਾ ਇੱਕ ਬੈਲੈਂਸ ਸੀ, ਚੈੱਕ ਐਂਡ ਬੈਲੈਂਸ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਦੇ ਵਿੱਚ, ਇਸ ਲਈ ਰਾਜਪਾਲ ਉਹਦਾ ਇੱਕ ਉਹ ਹੈ ਜੇ ਇੱਕ ਅਬਸੂਟ ਨੇ, ਮਤਲਬ ਇੱਕ ਕਰਿੰਦੇ ਇੱਕ, ਹਾਂ, ਉਹਦੇ ਕਰਕੇ ਇਹ ਚੀਜ਼ਾਂ, ਇਹ ਕੰਟਰਾਡਿਕਸ਼ਨਾਂ ਜਿਹੜੀਆਂ ਆ ਰਹੀਆਂ ਨੇ। ਜਦ ਤੁਸੀਂ ਚੋਣਾਂ ਦੇ ਵਿੱਚ ਡੈਮੋਕ੍ਰੇਸੀ ਦੀ ਬਜਾਏ ਇਹ ਸਲੋਗਨ ਦਿਓਗੇ ਕਿ ਡਬਲ ਇੰਜਨ ਸਰਕਾਰ, ਤੁਸੀਂ ਕੀ ਮੈਸੇਜ ਦੇ ਰਹੇ ਹੋ ਲੋਕਾਂ ਨੂੰ ਕਿ ਜੇ ਇੰਜਣ ਅਲੱਗ-ਅਲੱਗ ਹੋਗੇ, ਜੇ ਸਰਕਾਰ ਸਟੇਟ ਦੀ ਹੋਰ ਹੋਗੀ ਤਾਂ ਉਵੇਂ ਨਹੀਂ ਕੋਆਪਰੇਟ ਕਰਨਾ ਸੀ ਜਿਵੇਂ ਸਾਡੀ ਨੂੰ ਕਰ ਰਿਹਾ। ਇਹਦਾ ਮਤਲਬ ਕੀ ਨਹੀਂ, ਤੁਸੀਂ ਦੇਸ਼ ਦੇ ਫੈਡਰਲ ਢਾਂਚੇ ਨੂੰ ਚੋਣਾਂ 'ਚ ਜਨਰਲ ਪ੍ਰਚਾਰ ਰਹੀ ਚੈਲੰਜ ਕਰ ਰਹੇ ਹੋ। ਤੁਸੀਂ ਸੰਵਿਧਾਨ ਦੇ ਵਿੱਚ ਦਿੱਤੀਆਂ ਹੋਈਆਂ ਤਾਕਤਾਂ ਦਾ ਰਿਗਾਰਡ ਨਹੀਂ ਕਰ ਰਹੇ, ਸ਼ਬਦਾਵਲੀ ਦੇ ਵਿੱਚ, ਸੰਕੇਤਾਂ ਦੇ ਰੂਪ ਦੇ ਵਿੱਚ, ਚਰਚਾ ਦੇ ਰੂਪ ਦੇ ਵਿੱਚ। ਇਹ ਐਟੀਟਿਊਡ ਹੈ ਸਾਡੀ ਪੋਲਿਟਿਕਸ ਦਾ। ਇਹ ਤਾਂ ਉੱਥੋਂ ਹੀ ਫੜਨਾ ਚਾਹੀਦਾ। ਇਹ ਤਾਂ ਮਤਲਬ ਸਾਰੇ ਸਲੋਗਨਾਂ ਤੋਂ ਫੜਨਾ ਚਾਹੀਦਾ ਕਿ ਤੁਸੀਂ ਕੀ ਕਰ ਰਹੇ ਹੋ। ਇਹਦਾ ਮਤਲਬ ਵਿਤਕਰਾ ਕਰੋਗੇ ਨਾ ਦੋਨਾਂ ਨਾਲ, ਇਹੀ ਕਹਿ ਰਹੇ ਨੇ। ਹੋਰ ਕੀ ਕਰੋਗੇ? ਤੇ ਵਿਤਕਰਾ ਕਰੋਗੇ ਤਾਂ ਫਿਰ ਸੂਬੇ ਨੂੰ ਵੀ ਜਿਹੜੇ ਹੱਕ ਨੇ ਉਹ ਉਸੇ ਸੰਵਿਧਾਨ ਨੇ ਦਿੱਤੇ ਨੇ। ਜਿਹੜੇ ਹੱਕ ਤੁਹਾਨੂੰ ਆਪਣੇ ਕੇਂਦਰ ਨੇ ਦਿੱਤੇ ਹੋਏ ਨੇ, ਉਹੀ ਹੱਕ ਕਿਸੇ ਮੁਲਾਜ਼ਮ ਨੂੰ ਦਿੱਤੇ ਨੇ, ਉਹੀ ਹੱਕ ਕਿਸੇ ਨੂੰ ਨੀਚੇ ਦਿੱਤੇ ਨੇ। ਤੁਸੀਂ ਜਦੋਂ ਉਹ ਕਹਿ ਰਹੇ ਉੱਪਰ ਪਾਵਰਫੁਲ ਬੰਦਾ ਕਿ ਮੈਂ ਇਹ ਹੱਕ ਨੂੰ, ਜੇ ਮੇਰੇ ਪਸੰਦ ਦਾ ਬੰਦਾ ਆ ਗਿਆ ਤਾਂ ਮੈਂ ਚੰਗੇ ਤਰੀਕੇ ਨਾਲ ਡੀਲ ਕਰੂੰ, ਜੇ ਮੇਰੇ ਪਸੰਦ ਦਾ ਨਾ ਆਇਆ ਤਾਂ ਤੁਸੀਂ ਦੇਖਣਾ ਤੁਹਾਡਾ ਨੁਕਸਾਨ ਹੋ ਜਾਊਗਾ। ਇਹ ਕੀ ਕਹਿੰਦੀ ਹੈ ਗੱਲ? ਪਰ ਆਹ ਫਾਰਮੂਲਾ ਚੱਲਿਆ ਨਹੀਂ, ਡਬਲ ਇੰਜਨ ਵਾਲਾ ਬੜਾ ਦਮ ਭਰਿਆ। ਮੈਂ ਉਹ ਅੰਕੜੇ ਦੇਖ ਰਿਹਾ ਸੀ, ਨਿਰਮਲਾ ਸੀਤਾਰਮਣ ਦੇ ਵਿਭਾਗ ਦੇ ਹੀ ਨੇ, ਉਹ 'ਚ ਪਹਿਲੇ 5 ਦੇ ਵਿੱਚ ਕੋਈ ਵੀ ਬੀਜੇਪੀ ਵਾਲੇ ਸੂਬੇ ਦੀ ਸਰਕਾਰ ਦਾ ਨਾਂ ਨਹੀਂ ਆਇਆ। ਉਹ 'ਚ ਕਿਆ ਵਿਕਾਸ ਇੱਥੇ ਸਭ ਤੋਂ ਵੱਧ ਹੋਇਆ। 7ਵੇਂ ਨੰਬਰ ਤੇ ਮੱਧ ਪ੍ਰਦੇਸ਼ ਆਉਂਦਾ, ਉਹ ਵੀ ਪਤਾ ਨੂੰ ਆਪਾਂ ਕਿਵੇਂ ਤੋੜਿਆ, ਤੇ ਗੁਜਰਾਤ 10 'ਚ ਨਹੀਂ ਆਇਆ। ਅੰਕੜੇ ਅਲੱਗ ਟਾਈਪ ਦੀ ਚੀਜ਼ ਹੈ। ਚੱਲਿਆ ਕਿਉਂ ਨਹੀਂ? ਉਹ ਵੋਟਾਂ ਲੈਣ ਲਈ ਚੱਲਦਾ ਨਾ, ਵੋਟਾਂ ਲੈਣੀਆਂ ਨੇ ਉਹਨਾਂ ਨੇ, ਉਹਨੇ ਤਾਕਤ ਲੈ ਰਿਹਾ। ਚੱਲਿਆ ਇਹ ਥੋੜੀ ਹੈ ਕਿ ਜੀ ਉੱਥੇ ਵਿਕਾਸ ਘੱਟ ਹੋਇਆ ਤੇ ਵੱਧ। ਵਿਕਾਸ ਤਾਂ ਪੁਰਾਣੇ ਟ੍ਰੈਡੀਸ਼ਨਲ ਤਰੀਕੇ ਨਾਲ ਕਦੇ ਹੋਇਆ, ਕਦੇ ਪੰਜਾਬ ਸੀ, ਹੁਣ ਜਿਹੜੀ ਮਰਜ਼ੀ ਸਰਕਾਰ ਆ ਜੀ, ਹੁਣ ਨਹੀਂ ਡਿਵੈਲਪਮੈਂਟ ਉੱਥੇ ਜਾ ਸਕਦੀ, ਸੈਚੂਰੇਸ਼ਨ ਪੁਆਇੰਟ ਤੇ ਪਹੁੰਚ ਗਿਆ। ਇਸ ਲਈ ਪੋਲੀਟੀਕਲ ਨਜ਼ਰੀਆ ਜਿਹੜਾ ਹੁੰਦਾ ਹੈ, ਉਹ ਪਾਵਰ ਕੈਪਚਰ ਕਰਨ ਦੇ ਐਂਗਲ ਤੋਂ ਜਿਹੜੀ ਉਹਦੀ ਸਲੋਗਨੀਅਰਿੰਗ ਹੈ ਉਹ ਮਹੱਤਵਪੂਰਨ ਹੈ। ਉਹ ਕਿਵੇਂ ਕੈਪਚਰ ਕਰ ਰਹੀ? ਵੈਸੇ ਤਾਂ ਮੈਂ ਇਹ ਸਾਰੀ ਡਿਬੇਟ ਨੂੰ ਸਮੇਟਦਿਆਂ ਇਹ ਜਾਣਨਾ ਚਾਹੁੰਦਾ ਕਿ ਕਹਿੰਦੇ ਕਿ ਪਾਪ ਦਾ ਘੜਾ ਇੱਕ ਦਿਨ ਭਰਨਾ ਹੀ ਹੁੰਦਾ। ਫਿਰ ਇਹ ਜੇਕਰ ਇਸ ਕਦਰ ਤੱਕ ਆ ਗਿਆ, ਹੁਣ ਆਪਾਂ ਕਹਿ ਰਹੇ ਹਾਂ ਕਿ ਐਮਪੀਆਂ ਤੋਂ ਬਾਅਦ ਐਮਐਲਏਆਂ ਤੋਂ ਹੁਣ ਆਪਾਂ ਐਮਸੀਆਂ ਦੀ ਗੱਲਾਂ ਕਰ ਰਹੇ ਹਾਂ। ਪਿੰਡਾਂ 'ਚ ਪੰਚਾਇਤਾਂ ਦਾ ਆਪਾਂ ਨੂੰ ਪਤਾ ਕਿ ਸਰਪੰਚ ਹੁਣ ਪਿੰਡ ਦੇ ਨਹੀਂ ਬਣਦੇ, ਐਮਐਲਏਆਂ ਦੇ ਬਣਦੇ ਨੇ, ਪਾਰਟੀਆਂ ਦੇ ਬਣਦੇ ਨੇ। ਸੋ ਜਦੋਂ ਇਸ ਕਦਰ ਤੱਕ ਆ ਗਿਆ, ਫਿਰ ਇਹ 'ਚੋਂ ਨਿਕਲਣ ਦਾ ਰਾਹ ਕਿਹੜਾ? ਫਿਰ ਦੇਖੋ, ਇਹਦੇ ਵਿੱਚ ਇੱਕ ਹੈਗਾ ਕਿ ਹਰ ਸਮੇਂ ਜਿਹੜਾ ਇਲੈਕਟੋਰੇਟ ਹੈ ਜਾਂ ਲੋਕ ਜਿਹੜੇ ਹੈਗੇ ਆ, ਉਹਨਾਂ ਦੀ ਅਵੇਅਰਨੈਸ ਦਾ ਲੈਵਲ ਜਿਹੜਾ ਹੈਗਾ ਉਹ ਉਹਨਾਂ ਨੂੰ ਹਮੇਸ਼ਾ ਦੱਸਦਾ ਹੈ ਕਿ ਹੁਣ ਤੁਸੀਂ ਇਹ ਕਰਨਾ, ਹੁਣ ਨਹੀਂ ਕਰਨਾ। ਤੁਸੀਂ ਆਜ਼ਾਦੀ ਤੇ ਬਾਅਦ ਲੋਕਾਂ ਦੀ ਅਵੇਅਰਨੈਸ ਹੋਰ ਤਰ੍ਹਾਂ ਦੀ ਸੀਗੀ। ਅੱਜ ਇਲੈਕਟ੍ਰੋਨਿਕ ਮੀਡੀਆ ਦੇ ਜਿਸ ਵੇਲੇ ਦੌਰ ਹੈ, ਸੋਸ਼ਲ ਮੀਡੀਆ ਦਾ ਦੌਰ ਹੈ, ਉਸ ਵੇਲੇ ਅਵੇਅਰਨੈਸ ਦਾ ਲੈਵਲ ਡਿਫਰੈਂਟ ਕਿਸਮ ਦਾ। ਛੋਟੀ ਛੋਟੀ ਗੱਲ ਜਿਹੜੀ ਹੈਗੀ ਹੈ ਵਿਦਿਨ ਸੈਕਿੰਡ ਸਾਰੀ ਦੁਨੀਆ 'ਚ ਫੈਲ ਜਾਂਦੀ ਹੈ। ਉਹਦੇ ਵਿੱਚ ਅਗਰ ਸਾਡੇ ਡੈਮੋਕ੍ਰੇਸੀ ਨੂੰ ਇੰਨਾ ਵੱਡਾ ਝਟਕੇ ਲੱਗ ਰਹੇ ਹੈ, ਸਾਡੇ ਜਿਹੜੇ ਹੈਗੇ ਫੈਡਰਲ ਸਟਰਕਚਰ ਹੈ ਉਹਨੂੰ ਢਾਹ ਲੱਗ ਰਹੀ ਹੈ, ਗਵਰਨਰ ਜਿਹੜੇ ਹੈਗੇ ਆ ਉਹ ਆਪਣੇ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੇ, ਜਾਂ ਉਹਨਾਂ ਨੂੰ ਕਰਨ ਨਹੀਂ ਦਿੱਤਾ ਜਾ ਰਿਹਾ, ਜਾਂ ਉਹ ਸੈਂਟਰ ਗਵਰਨਮੈਂਟ ਦੇ ਏਜੰਟ ਬਣ ਕੇ, ਜਾਸੂਸ ਬਣ ਕੇ ਹੀ ਕੰਮ ਕਰਨਾ ਚਾਹੁੰਦੇ ਹੈ, ਜਾਂ ਇਸੇ ਤਰੀਕੇ ਦੇ ਨਾਲ ਸੈਂਟਰ ਚੋਂ ਹੀ ਸਭ ਕੁਝ ਡਿਕਟੇਟ ਹੋ ਰਿਹਾ ਹੈ, ਸੈਂਟਰਲਾਈਜੇਸ਼ਨ ਬੜੀ ਸਟਰੋਂਗ ਹੋ ਗਈ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੋਕ ਦੇਖ ਰਹੇ ਹੈ। ਲੋਕਾਂ ਦੇ ਵਿੱਚ ਇੱਕ 2014 ਦੇ ਇਲੈਕਸ਼ਨ ਤੋਂ ਬਾਅਦ ਇੱਕ ਇਹ ਸੀਗਾ ਕਿ ਮੋਹ ਸੀਗਾ ਕਿ ਪਤਾ ਨਹੀਂ ਕੀ ਕੁਝ ਹੋ ਜਾਏਗਾ। ਹੁਣ ਅੱਜ 8 ਸਾਲ ਬਾਅਦ ਇਦਾਂ ਲੱਗ ਰਿਹਾ ਹੈ ਕਿ ਡਿਵੈਲਪਮੈਂਟ ਨਹੀਂ, ਤਾਂ ਸਿਰਫ ਇਲੈਕਸ਼ਨ ਜਿੱਤਣ ਦੀ ਮਸ਼ੀਨ ਤਿਆਰ ਕੀਤੀ ਗਈ ਹੈ ਕਿ ਸਿਰਫ ਇਲੈਕਸ਼ਨ ਜਿੱਤੋ,
ਉਸ ਤੋਂ ਬਾਅਦ ਡਿਵੈਲਪਮੈਂਟ ਦੇ ਅਗਰ ਆਪਾਂ ਇੰਡੈਕਸ ਦੇਖੀਏ ਪੂਰੀ ਵਰਲਡ ਦੇ ਵਿੱਚ, ਆਪਾਂ ਪਹਿਲਾਂ 2014 ਚ ਕਿੱਥੇ ਤੇ ਅੱਜ ਕਿੱਥੇ ਖੜੇ ਆ, ਉਹ ਸਾਰਾ ਕੁਝ ਪਤਾ ਲੱਗ ਜਾਂਦਾ ਹੈ। ਚਾਹੇ ਉਹ ਡੈਮੋਕ੍ਰੇਸੀ ਦਾ ਇੰਡੈਕਸ ਹੋਵੇ, ਚਾਹੇ ਮੀਡੀਆ ਦਾ ਇੰਡੈਕਸ ਹੋਵੇ, ਚਾਹੇ ਉਹ ਆਪਣੇ ਪਰ ਕੈਪੀਟਾ ਇਨਕਮ ਦਾ ਹੋਵੇ, GDP ਦਾ ਹੋਵੇ, ਸਾਡੇ ਉੱਪਰ ਕਰਜ਼ੇ ਦਾ ਹੋਵੇ ਇੰਡੀਆ ਦੇ ਉੱਪਰ, ਉਹ ਸਾਰੀਆਂ ਚੀਜ਼ਾਂ ਅਗਰ ਆਪਾਂ ਦੇਖੀਏ ਤਾਂ ਲੱਗਦਾ ਹੈ ਕਿ ਡਿਵੈਲਪਮੈਂਟ ਤਾਂ ਜਿਹੜੀ ਨਾਰਮਲ ਤਰੀਕੇ ਨਾਲ ਹੁੰਦੀ ਹੈ ਔਰ ਹੁੰਦੀ ਹੈ ਉਹ ਚੱਲ ਰਹੀ ਹੈ। ਅਦਰਵਾਈਜ਼ ਕੋਈ ਸਪੈਸ਼ਲ ਐਫਰਟ ਨਾਲ ਦੀ ਕੋਈ ਚੀਜ਼ ਨਹੀਂ ਹੈ। ਲੇਕਿਨ ਉਹਦੇ ਨਾਲ ਇਹ ਹੈਗਾ ਵੀ ਇੱਕ ਇਸ ਤਰ੍ਹਾਂ ਦੀ ਮਸ਼ੀਨ ਜ਼ਰੂਰ ਤਿਆਰ ਕਰ ਲਿੱਤੀ ਗਈ ਹੈ ਜਿਹਦੇ ਨਾਲ ਅਸੀਂ ਇਲੈਕਸ਼ਨ ਜਿੱਤਣ ਦੀ ਕਿਵੇਂ ਨਾ ਕਿਵੇਂ ਕੋਸ਼ਿਸ਼ ਕਰੀਏ, ਔਰ ਉਹ ਜਿੱਤੀ ਜਾ ਰਹੀ ਹੈ। ਲੋਕ ਜਦ ਤੱਕ ਇਸ ਚੀਜ਼ ਨੂੰ ਨਹੀਂ ਸਮਝਦੇ, ਜਦ ਤੱਕ ਇਦਾਂ ਹੀ ਚੱਲਦਾ ਰਹੇਗਾ। ਜਿਸ ਦਿਨ ਲੋਕਾਂ ਨੂੰ ਸਮਝ ਆ ਗਈ, ਆ ਰਹੀ ਹੈ, ਮੈਂ ਕਹਿ ਰਿਹਾ ਆ ਰਹੀ ਹੈ, 2014 2022 2014 ਨਹੀਂ ਹੈ, ਤਾਂ ਉਹਦੇ ਵਿੱਚ ਡੈਫੀਨਿਟਲੀ ਲੋਕ ਜਿਹੜੇ ਹੈਗੇ ਰਿਐਕਟ ਕਰਨਗੇ ਔਰ ਲੋਕਾਂ ਦੀ ਆਵਾਜ਼ ਜਿਹੜੀ ਹੈਗੀ ਹੈ ਉਹ ਥਰੂ ਡੈਮੋਕ੍ਰੈਟਿਕ ਮੀਨਸ ਪਹੁੰਚੂਗੀ ਔਰ ਬਦਲਾਵ ਆਏਗਾ। ਬਦਲਾਵ ਜਿਹੜਾ ਹੈਗਾ, ਕੋਈ ਵੀ ਸਥਿਤੀ, ਕੋਈ ਵੀ ਸਿਚੁਏਸ਼ਨ ਪਰਮਾਨੈਂਟ ਨਹੀਂ ਹੁੰਦੀ, ਉਹ ਸਿਚੁਏਸ਼ਨ ਬਦਲਦੀ ਰਹਿੰਦੀ ਹੈ ਔਰ ਇਹ ਬਦਲਾਵ ਇਹ ਵੀ ਆਏਗਾ। ਕੁਝ ਵੀ ਜੱਦੀ ਪੁਸਤੀ ਨਹੀਂ ਹੁੰਦਾ। ਸੋ ਜੇਕਰ ਲੋਕਾਂ ਦੇ ਅੰਦਰ, ਜਿਵੇਂ ਪ੍ਰੋਫੈਸਰ ਸਾਹਿਬ ਨੇ, ਜਹਾਂਗੀਰ ਭਾਜੀ ਨੇ ਕਿਹਾ, ਇੱਕ ਚਿਣਗ ਪੈਦਾ ਹੋ ਰਹੀ ਹੈ, ਇੱਕ ਚੇਤਨਤਾ ਪੈਦਾ ਹੋ ਰਹੀ ਹੈ। ਸੋ ਚੇਤਨਤਾ ਇੱਕ ਵਾਰ ਫਿਰ ਨਵੇਂ ਰੂਪ ਸਾਹਮਣੇ ਆਏਗੀ, ਕਿਉਂਕਿ ਹਰ ਚੀਜ਼ ਜਿਹੜੀ ਬਾਜ਼ਾਰ 'ਚ ਆਈ ਉਹ ਵਿਕਾਊ ਨਹੀਂ ਹੈ। ਸੋ ਜੇਕਰ ਲੀਡਰਾਂ ਨੂੰ ਇਹ ਭਰਮ ਭੁਲੇਖੇ ਹੋ ਗਏ, ਪਾਰਟੀ ਨੂੰ ਭਰਮ ਭੁਲੇਖੇ ਹੋ ਗਏ, ਹਰ ਵਾਰ ਵੋਟ ਖਰੀਦੀ ਜਾਏਗੀ, ਸੋ ਉਹ ਵੀ ਪਹਿਲੂ ਨਹੀਂ ਹੈ। ਸੋ ਲੋਕਤੰਤਰ ਨੂੰ ਮੁੜ ਕੇ ਖੜਾ ਕਰਨ ਦੇ ਲਈ ਲੋਕਾਂ ਨੂੰ ਹੀ ਸਾਹਮਣੇ ਆਉਣਾ ਪੈਣਾ। ਜਦੋਂ ਤੱਕ ਲੋਕ ਆਪਣੇ ਪਾਰਟੀਆਂ ਦੀ ਭਗਤੀ ਛੱਡ ਕੇ ਸੂਬਿਆਂ ਦੀ, ਆਪਣੇ ਮੁਲਕ ਦੀ ਭਗਤੀ ਵੱਲ ਨਹੀਂ ਮੁੜਦੇ, ਤਦ ਤੱਕ ਇਹ ਚੇਤਨਤਾ ਪੈਦਾ ਹੋਣੀ ਬਹੁਤ ਔਖੀ ਹੈ। ਸੋ ਪਰ ਉਹ ਇੱਕ ਆਸ ਦੀ ਕਿਰਨ ਹੈਗੀ ਹੈ। ਇਸੇ ਹਵਾਲੇ ਨਾਲ ਅਸੀਂ ਲੋਕਤੰਤਰ ਦੇ ਹਵਾਲੇ ਨਾਲ ਇਹ ਚਰਚਾ ਲੈ ਕੇ ਹਾਜ਼ਰ ਸੀ। ਤੁਸੀਂ ਦੇਖਦੇ ਰਹੋ ਪੰਜਾਬ ਟੈਲੀਵਿਜ਼ਨ। ਬਹੁਤ ਬਹੁਤ ਸ਼ੁਕਰੀਆ ਫੈਸਲ ਸਾਹਿਬ, ਬਹੁਤ ਸ਼ੁਕਰੀਆ ਅਮੀਰ ਭਾਜੀ।